अस्सलाम वालेकुम दोस्तों, की हाल चाल जे? ठीक ठाक हो? मैं मियां ज़ाहिद ते तुसीं वेख रहे हो अपना कोट नैना ते ਜ਼ਿਮੀਂਦਾਰਾਂ ਦੇ ਹਾਲਾਤ ਜਿਹੜੇ ਅੱਜ ਤੁਹਾਨੂੰ ਦੱਸਣੇ ਨੇ। ਵੀਡੀਓ ਤੁਸੀਂ ਪੂਰੀ ਵੇਖਣੀ ਹੈ। ਵੀਡੀਓ ਅੱਛੀ ਲੱਗੀ ਸ਼ੇਅਰ ਲਾਜ਼ਮੀ ਕਰਨੀ ਹੈ। ਸਬਜ਼ੀ ਦੇ ਬਾਰੇ 'ਚ ਅੱਜ ਗੁਫ਼ਤਗੂ ਹੋਣੀ ਆ ਕਿ ਜ਼ਿਮੀਂਦਾਰਾਂ ਦੇ ਹਾਲਾਤ ਕੈਸੇ ਨੇ। ਦੋਸਤੋ ਤੁਸੀਂ ਸੋਚਦੇ ਹੋਵੋ ਕਿ ਸਬਜ਼ੀ ਤਿਆਰ ਕਰਨ ਵਾਲਾ ਜ਼ਿਮੀਂਦਾਰ ਜਿਹੜਾ ਉਹ ਇੰਨਾ ਹੀ ਮਿਹਨਤ ਕਰਦਾ, ਇੰਨੀ ਮੁਸ਼ੱਕਤ ਕਰਦਾ, ਖੂਨ ਪਸੀਨਾ ਇੱਕ ਕਰਦਾ ਆ ਤੇ ਲੇਕਿਨ ਫਿਰ ਵੀ ਜਨਾਬ ਜਾ ਕੇ ਉਹ ਅਮੀਰ ਕਿਉਂ ਨਹੀਂ ਹੁੰਦਾ। ਉਹਦੀਆਂ ਕੁਝ ਵਜ੍ਹਾ ਨੇ ਦੋਸਤੋ। ਸਭ ਤੋਂ ਪਹਿਲੇ ਤਾਂ ਜਦੋਂ ਉਹਦੀ ਸਬਜ਼ੀ ਤਿਆਰ ਹੁੰਦੀ ਹੈ ਉਹਦਾ ਰੇਟ ਨਹੀਂ ਲੱਗਦਾ, ਮੰਡੀ ਦੇ ਵਿੱਚ ਰੇਟ ਨਹੀਂ ਹੁੰਦਾ। ਗਲੀਆਂ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਉਹਦਾ ਇੰਤਹਾ ਰੇਟ ਹੋਏਗਾ, ਲੇਕਿਨ ਮੰਡੀ ਦੇ ਵਿੱਚ ਉਹਦਾ ਰੇਟ ਕੋਈ ਨਹੀਂ ਹੋਏਗਾ, ਕਿਉਂਕਿ ਜ਼ਿਮੀਂਦਾਰ ਨੇ ਜਦੋਂ ਸਬਜ਼ੀ ਤਿਆਰ ਕਰਨੀ ਹੈ ਤੇ ਉਹਨੇ ਜਾ ਕੇ ਮੰਡੀ ਦੇ ਵਿੱਚ ਹੀ ਸੁੱਟਣੀ ਆ। ਗਲੀਆਂ ਬਾਜ਼ਾਰਾਂ ਦੇ ਵਿੱਚ ਤੇ ਉਹਨੇ ਵੇਚਣੀ ਹੈਗੀ। ਇਹ ਤੁਸੀਂ ਚੈੱਕ ਕਰ ਸਕਦੇ ਹੋ, ਬਿਲਕੁਲ ਫਰੈਸ਼ ਮਾਲ ਹੈ, ਫਰੈਸ਼ ਬਤਾਊ ਨੇ, ਠੀਕ ਹੈ, ਲੰਬੇ ਬਤਾਊ ਨੇ, ਫੁੱਲ ਲੱਗੇ ਦੇ ਨੇ, ਮਾਲ ਪਿਆ ਦਾ ਵੀ ਹੈਗਾ, ਬਤਾਊ ਵੀ ਪਏ ਦੇ ਨੇ, ਫਿਰ ਵੀ ਵੱਡੇ ਜਾ ਰਹੇ ਨੇ। ਇਹਦੀ ਵਜ੍ਹਾ ਕੀ ਆ ਕਿ ਰੇਟ ਨਹੀਂ, ਰੇਟ ਦੀ ਵਜ੍ਹਾ ਤੋਂ ਆ ਕੇ ਜ਼ਿਮੀਂਦਾਰ ਮਾਰ ਖਾ ਜਾਂਦਾ। ਤੁਸੀਂ ਵੇਖ ਸਕਦੇ ਹੋ ਇਸ ਮਾਲ ਨੂੰ, ਇਸ ਬੂਟੇ ਨੂੰ ਤਿਆਰ ਕਰਨ ਵਾਸਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ। ਜ਼ਿਮੀਂਦਾਰ ਦੀ ਬਹੁਤ ਜ਼ਿਆਦਾ ਮੁਸ਼ੱਕਤ ਕਰਨੀ ਪੈਂਦੀ ਹੈ। ਤੁਸੀਂ ਚੈੱਕ ਕਰੋ, ਹਰ ਬੂਟੇ ਦੇ ਨਾਲ 10-10 12-12 ਜਿਹਨਾਂ ਨੇ ਬਤਾਊ ਪਏ ਦੇ ਨੇ, ਅੱਗੇ ਫਲ ਵੀ ਲੱਗਣ ਵਾਲਾ ਆ, ਫੁੱਲ ਵੀ ਪਏ ਦੇ ਨੇ, ਯਾਨੀ ਕਿ ਅੱਗੇ ਫਲ ਵੀ ਤਿਆਰ ਆ। ਬੂਟੇ ਜ਼ਾਇਆ ਨਹੀਂ ਹੋਏ ਜਾਂ ਪੀਲੇ ਨਹੀਂ ਹੋਏ, ਬਿਲਕੁਲ ਫਰੈਸ਼ ਮਾਲ ਹੈਗਾ, ਲੇਕਿਨ ਫਿਰ ਵੀ ਵੜਦੇ ਪਏ ਨੇ, ਪੁੱਟੇ ਜਾ ਰਹੇ ਨੇ। ਉਹਦੀ ਵਜ੍ਹਾ ਕਿ ਰੇਟ ਨਹੀਂ, ਮਾਰਕੀਟ ਦੇ ਵਿੱਚ, ਮੰਡੀ ਦੇ ਵਿੱਚ ਰੇਟ ਨਹੀਂ, ਲੇਕਿਨ ਦੁਕਾਨਾਂ ਤੇ ਚਲੇ ਜਾਓ ਲੈਣ ਵਾਸਤੇ ਤੁਸੀਂ ਤੇ ਦੁਕਾਨਾਂ ਤੇ ਬੇਇੰਤਹਾ ਰੇਟ ਹੋਏਗਾ। ਇੱਕ ਗੱਲ ਦੋਸਤੋ ਰੇਟ ਦੀ ਹੋ ਗਈ ਕਿ ਰੇਟ ਦੀ ਵਜ੍ਹਾ ਤੋਂ ਜ਼ਿਮੀਂਦਾਰ ਮਾਰ ਖਾ ਜਾਂਦਾ ਆ। ਦੂਸਰੀ ਗੱਲ ਹੈਗੀ ਕਿ ਇਹ ਸਬਜ਼ੀ ਜਿਹੜਾ ਕਾਰੋਬਾਰ ਹੈ ਨਾ, ਸਬਜ਼ੀ ਵਾਲਾ ਕਾਰੋਬਾਰ, ਇਹ ਦੋਸਤੋ ਛੋਟੇ ਜ਼ਿਮੀਂਦਾਰਾਂ ਦਾ ਕਾਰੋਬਾਰ ਹੈ, ਲੇਕਿਨ ਇਸ ਕੰਮ ਨੂੰ ਨਾ ਹੁਣ ਵੱਡਿਆਂ ਜ਼ਿਮੀਂਦਾਰਾਂ ਨੇ ਫੜ ਲਿਆ ਦਾ, ਕਿਉਂਕਿ ਸਬਜ਼ੀ ਕਿੱਲਾ 1-2 ਕਿੱਲੇ 3 ਕਿੱਲੇ ਸਬਜ਼ੀ ਜਿਹੜੀ ਹੈ ਇਹ ਸਮਝ 'ਚ ਆ ਜਾਂਦੀ ਆ। ਲੇਕਿਨ ਹੁਣ ਵੱਡੇ ਜ਼ਿਮੀਂਦਾਰ ਨੇ ਜਿਹੜੇ ਮੁਰੱਬਿਆਂ ਵਾਲੇ ਮਾਲਕ ਨੇ, ਠੀਕ ਆ, ਉਹਨਾਂ ਨੇ ਕਣਕ ਮੂੰਜੀ ਛੱਡ ਕੇ ਤੇ ਹੁਣ ਉਹ ਵੀ ਸਬਜ਼ੀ ਦੇ ਪਿੱਛੇ ਪੈ ਗਏ ਨੇ। ਉਹ ਵੀ ਹੁਣ ਜਨਾਬ ਮੁਰੱਬਿਆਂ ਦੇ ਹਿਸਾਬ ਨਾਲ ਸਬਜ਼ੀ ਲਾਣ ਦੇ ਨੇ। ਅਗਰ ਕਿਸੇ ਨੇ ਬਤਾਊ ਲਾਏ ਦੇ ਤੇ ਮੁਰੱਬਿਆਂ ਦੇ ਹਿਸਾਬ ਨਾਲ ਬਤਾਊ ਲਾਏ ਦੇ ਨੇ। ਉਹ ਇੱਕ ਛੋਟੀ ਜਿਹੀ ਮੰਡੀ ਹੁੰਦੀ ਆ, ਠੀਕ ਆ, ਉਸ ਜਗ੍ਹਾ ਤੇ ਜਦੋਂ ਜਾਂਦਾ ਮਾਲ ਜ਼ਿਆਦਾ ਤੇ ਉਹ ਰੇਟ ਡਾਊਨ ਹੋ ਜਾਂਦਾ, ਕਿਉਂਕਿ ਸਬਜ਼ੀ ਵਾਲੇ ਜ਼ਿਮੀਂਦਾਰ ਨੂੰ ਤਕਰੀਬਨ 3 ਤੋਂ 4 ਸਾਲ ਹੋ ਗਏ ਨੇ ਮਾਰ ਹੀ ਪੈ ਰਹੀ ਹੈ। ਤੁਹਾਨੂੰ ਕਰੇਲੇ ਦੀ ਫਸਲ ਚੈੱਕ ਕਰਵਾ ਦਿੰਦੇ ਆ। ਕਰੇਲਾ ਤੁਸੀਂ ਚੈੱਕ ਕਰ ਲਵੋ, ਇਹ ਸਾਹਮਣੇ ਕਰੇਲੇ ਦਾ ਸ਼ੈੱਡ ਬਣਿਆ, ਠੀਕ ਹੈ ਨਾ, ਪੂਰੇ 2 ਏਕੜ ਜ਼ਮੀਨ ਦੇ ਵਿੱਚ ਕਰੇਲੇ ਦਾ ਸ਼ੈੱਡ ਬਣਿਆ। ਤੁਹਾਨੂੰ ਹੋਰ ਵੀ ਕਰੇਲੇ ਦੇ ਸ਼ੈੱਡ ਵਿਖਾ ਦਿੰਦੇ ਆ। ਇਹ ਚੈੱਕ ਕਰੋ ਕਰੇਲੇ ਦਾ ਸ਼ੈੱਡ, ਇਹ ਵੀ ਇੱਕ ਕਰੇਲੇ ਦਾ ਸ਼ੈੱਡ ਬਣਿਆ, ਠੀਕ ਹੈ ਨਾ। ਬੜੀ ਮਿਹਨਤ ਹੁੰਦੀ ਹੈ ਇਸ ਕਰੇਲੇ ਦੇ ਸ਼ੈੱਡ ਨੂੰ ਤਿਆਰ ਕਰਨ ਵਾਸਤੇ। ਇੱਕ ਇਹ ਕਰੇਲੇ ਦਾ ਸ਼ੈੱਡ ਬਣਿਆ ਚੜੀ ਦੇ ਪਿਛਲੀ ਸਾਈਡ ਤੇ, ਠੀਕ ਹੈ, ਦੂਰੋਂ ਤੁਹਾਨੂੰ ਵਿਖਾ ਰਹੇ ਆ, ਕੁਛ ਜਾ ਕੇ ਤੁਹਾਨੂੰ ਕਰੀਬ ਜਾ ਕੇ ਵਿਖਾ ਦਿੰਦੇ ਆ। ਕਰੇਲੇ ਨੂੰ ਤਿਆਰ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਕੰਮ ਹੈਗਾ ਜੀ, ਬਹੁਤ ਜ਼ਿਆਦਾ ਮੁਸ਼ਕਿਲ ਕੰਮ ਹੈਗਾ ਜੀ। ਸਭ ਤੋਂ ਪਹਿਲੇ ਕਰੇਲਾ ਲਗਾਉਣਾ, ਫਿਰ ਉਹਦੀਆਂ ਬਾਂਸ ਲਗਾਉਣੇ, ਇੱਕ ਬਾਂਸ ਲਗਾਉਣਾ, ਇੱਕ ਕਿੱਲੇ ਦੇ ਵਿੱਚ ਤਕਰੀਬਨ ਪਤਾ ਨਹੀਂ 700 ਤੋਂ 800 ਬਾਂਸ ਲੱਗਦਾ ਹੈ ਦੋਸਤੋ। ਉਹਨੂੰ ਦੇ ਟੋਏ ਕੱਢਣੇ, ਫਿਰ ਉਹ 'ਚ ਬਾਂਸ ਸੁੱਟਣਾ, ਫਿਰ ਉਹਨੂੰ ਕੁੱਟਣਾ, ਫਿਰ ਉਹਦੇ ਨੂੰ ਰੱਸੀ ਫੇਰਨੀ, ਫਿਰ ਉਹਨੂੰ ਬੰਨਣਾ, ਜਕਣਾ, ਬੜਾ ਹੀ ਮੁਸ਼ਕਿਲ ਕੰਮ ਹੈਗਾ। ਫਿਰ ਉੱਤੇ ਜਾਲੀ ਚਾੜਨੀ, ਫਿਰ ਉਹਦੇ ਤੋਂ ਜਨਾਬ ਮਿੰਟ ਬਾਅਦ ਸਪਰੇਵਾਂ। ਇਹ ਤੁਸੀਂ ਚੈੱਕ ਕਰ ਲਓ ਕਿੰਨੀ ਲੈਂਥਾਂ ਲੱਗੀਆਂ ਹੋਈਆਂ ਬਾਂਸ ਦੀਆਂ, ਚੈੱਕ ਕਰ ਸਕਦੇ ਹੋ ਤੁਸੀਂ ਦੋਸਤੋ। ਇਹ ਵੇਖੋ ਕਿਸ ਤਰ੍ਹਾਂ ਇਹਨਾਂ ਨੂੰ ਮਤਲਬ ਕਿ ਉੱਪਰ ਚੜਾਉਣਾ ਜਾਂਦਾ। ਅਗਰ ਨੀਚੇ ਹੋਣ ਤੇ ਫਿਰ ਬਾਰਿਸ਼ ਜਦੋਂ ਪੈਂਦੀ ਹੈ ਨਾ ਤੇ ਵੇਲਾਂ ਖਰਾਬ ਹੋ ਜਾਂਦੀਆਂ ਨੇ, ਠੀਕ ਹੈ। ਤੁਸੀਂ ਚੈੱਕ ਕਰ ਲਵੋ ਕਿ ਕਿਸ ਤਰ੍ਹਾਂ ਇਸ ਸ਼ੈੱਡ ਨੂੰ ਤਿਆਰ ਕੀਤਾ ਹੋਇਆ। ਬੜਾ ਮੁਸ਼ਕਿਲ ਕੰਮ ਹੈਗਾ। ਕਰੇਲਾ ਸਾਹਮਣੇ ਨਜ਼ਰ ਆ ਰਿਹਾ ਨਾ, ਤੁਸੀਂ ਵੇਖ ਸਕਦੇ ਹੋ, ਠੀਕ ਹੈ। ਕਰੇਲਾ ਖਾਣਾ ਆਸਾਨ ਹੈ, ਲੇਕਿਨ ਇਹਨੂੰ ਤਿਆਰ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਕੰਮ ਹੈਗਾ ਦੋਸਤੋ। ਬੜਾ ਹੀ ਪਸੀਨਾ ਨਿਕਲਦਾ ਜਾਏ ਜ਼ਿਮੀਂਦਾਰ ਦਾ। ਇੰਨੀ ਜ਼ਿਆਦਾ ਮਿਹਨਤ ਕਰਨ ਦੇ ਬਾਵਜੂਦ ਜਦੋਂ ਰੇਟ ਨਹੀਂ ਨਾ ਲੱਗਦਾ ਮੰਡੀ ਦੇ ਵਿੱਚ ਜਾ ਕੇ, ਤੇ ਫਿਰ ਜ਼ਿਮੀਂਦਾਰ ਦਾ ਦਿਲ ਖੱਟਾ ਹੋ ਜਾਂਦਾ। ਇਸ ਟਾਈਮ ਬਿਲਕੁਲ ਮੰਡੀ ਦਾ ਬਿਲਕੁਲ 0 ਰੇਟ ਹੈਗਾ ਜੀ, ਠੀਕ ਹੈ। ਇੱਕ ਕਰੇਲੇ ਦਾ ਥੈਲਾ ਜਿਹੜਾ ਨਾ, ਜਿਹਦੇ ਵਿੱਚ ਤਕਰੀਬਨ 30 ਤੋਂ 35 ਕਿਲੋ ਜਾਂ ਮਨ ਵੀ ਹੁੰਦੇ ਨੇ, 40-40 ਕਿਲੋ ਦਾ ਵੀ ਥੈਲਾ ਹੁੰਦਾ, ਜਿਹੜਾ ਕਿ 1000 ਦਾ, 1500 ਦਾ, 1200 ਦਾ, 1300 ਦਾ ਵਿਕਦਾ ਪਿਆ। ਇਹਦੇ ਵਿੱਚ ਤੜਾਈ ਵੀ ਆਉਂਦੀ ਹੈ, ਸਪਰੇਵਾਂ ਵੀ ਆਉਂਦੀਆਂ ਨੇ, ਫਿਰ ਗੱਡੀਆਂ ਦਾ ਕਿਰਾਇਆ ਵੀ ਆਉਂਦਾ, ਫਿਰ ਮੰਡੀ ਦੀ ਆੜਤੀ ਵੀ ਆਉਂਦੀ ਆ, ਫਿਰ ਉਹਦੇ ਬਾਅਦ ਜ਼ਿਮੀਂਦਾਰ ਕੋਲ ਸਿਰਫ ਰਹਿ ਜਾਂਦਾ 100-150 ਰੁਪਇਆ ਬਚਦਾ। ਇਹ ਸਬਜ਼ੀ ਹੈਗੀ ਦੋਸਤੋ ਸਿਰਫ ਕਿੱਲੇ 2 ਕਿੱਲਾ ਇੱਕ ਬੰਦੇ ਨੇ ਲਾਇਆ, ਠੀਕ ਹੈ। ਇਹ ਹੁਣ ਸਾਰੇ ਜ਼ਿਮੀਂਦਾਰ ਜਿਹੜੇ ਤਗੜੇ ਜ਼ਿਮੀਂਦਾਰ ਆ ਨਾ, ਉਹਨਾਂ ਜਨਾਬ ਮੁਰੱਬਿਆਂ ਦੇ ਹਿਸਾਬ ਨਾਲ ਕਰੇਲਾ ਲਾ ਸੁੱਟਿਆ। ਜਦੋਂ ਸੀਜ਼ਨ ਹੁੰਦਾ ਨਾ, ਸੀਜ਼ਨ ਦੇ ਵਿੱਚ ਹਰ ਸਬਜ਼ੀ ਜਿਹੜੀ ਉਹ ਸਸਤੀ ਹੋ ਜਾਂਦੀ ਆ। ਜਦੋਂ ਸੀਜ਼ਨ ਆਊਟ ਹੋ ਜਾਂਦਾ ਆ ਤੇ ਉਹ ਤਕਰੀਬਨ ਸਬਜ਼ੀ ਜਿਹੜੀ ਆ ਉਹ ਜਨਾਬ ਪਹਾੜ ਤੇ ਚੜ ਜਾਂਦੀ ਆ। ਸਾਡੇ ਪੰਜਾਬ ਦੇ ਵਿੱਚ ਮਤਲਬ ਕਿ ਸ਼ਕਰਗੜ੍ਹ ਜ਼ਿਲ੍ਹਾ, ਨਾਰੋਵਾਲ ਏਰੀਆ ਜਿੰਨਾ ਵੀ ਆ ਨਾ, ਇਹਨੇ ਸਬਜ਼ੀ ਦੇ ਵਿੱਚ ਬਹੁਤ ਜ਼ਿਆਦਾ ਮਾਰ ਖਾਦੀ ਆ ਇਸ ਵਾਸਤੇ, ਕਿਉਂਕਿ ਇੱਧਰ ਮੌਸਮ ਦੇ ਹਿਸਾਬ ਨਾਲ ਸਬਜ਼ੀ ਹੁੰਦੀ ਹੈ, ਬੇਮੌਸਮੀ ਇੱਧਰ ਸਬਜ਼ੀ ਹੁੰਦੀ ਨਹੀਂ ਹੈਗੀ। ਇਹ ਦੇਖੋ ਤੁਸੀਂ, ਇੱਕ ਇਹ ਵੀ ਸ਼ੈੱਡ ਹੈਗਾ ਜੀ, ਚੈੱਕ ਕਰ ਸਕਦੇ ਹੋ ਤੁਸੀਂ ਕਿੰਨੀਆਂ ਖੂਬਸੂਰਤ ਵੇਲਾਂ ਹੈਗੀਆਂ ਨੇ, ਔਰ ਰੇਟ ਕਿਸੇ ਕੰਮ ਦਾ ਨਹੀਂ ਹੈਗਾ। ਇਸ ਤੋਂ ਵੀ ਜ਼ਿਆਦਾ ਖੂਬਸੂਰਤ ਵੇਲਾਂ ਹੋ ਸਕਦੀਆਂ ਸੀ ਅਗਰ ਰੇਟ ਹੁੰਦਾ। ਤੇ ਜ਼ਿਮੀਂਦਾਰ ਨੇ, ਇਸ ਸ਼ੈੱਡ ਦੇ ਮਾਲਕ ਨੇ ਇਹਨਾਂ ਵੇਲਾਂ ਦੀ ਇੰਨੀ ਕੁ ਸੇਵਾ ਕਰਨੀ ਕਿ ਹੱਦ ਤੋਂ ਜ਼ਿਆਦਾ ਸੇਵਾ ਕਰਨੀ ਸੀ, ਔਰ ਇਹ ਇਤਨੀ ਕੁ ਹਰਿਓਲੀ ਹੋਣੀ ਸੀ, ਇਤਨੇ ਕੁ ਫੁੱਲ ਨਿਕਲੇ ਹੋਣੇ ਸੀ, ਇਤਨਾ ਕੁ ਫਲ ਪੈਣਾ ਸੀ ਇਹਨਾਂ ਨੂੰ ਕਿ ਹੱਦ ਤੋਂ ਜ਼ਿਆਦਾ ਫਲ ਪੈਣਾ ਸੀ, ਠੀਕ ਹੈ। ਲੇਕਿਨ ਰੇਟ ਨਾ ਹੋਣ ਦੀ ਵਜ੍ਹਾ ਤੋਂ ਉਹਨਾਂ ਵੀ ਬੇਗੌਰੀ ਕਰਦੇ ਪਏ ਨੇ। ਉਹ ਵੀ ਕਹਿੰਦੇ ਨੇ ਕਿ ਦਫਾ ਕਰੋ, ਜਦੋਂ ਰੇਟ ਹੀ ਨਹੀਂ ਹੈਗਾ ਤੇ ਇਹਨਾਂ ਦਾ ਕੀ ਕਰਨਾ। ਵੀਡੀਓ ਬਣਾਉਣ ਦਾ ਮਕਸਦ ਦੋਸਤੋ ਸਿਰਫ ਇਹੋ ਹੀ ਹੈ ਕਿ ਸਬਜ਼ੀ ਜਿਹੜੀ ਉਹ ਬਹੁਤ ਮਹਿੰਗੀ ਤਿਆਰ ਹੋ ਰਹੀ ਹੈ, ਲੇਕਿਨ ਵਿਕਦੀ ਬਹੁਤ ਸਸਤੀ ਪਈ ਹੈ ਮੰਡੀ ਦੇ ਵਿੱਚ। ਤੇ ਤੁਸੀਂ ਗਲੀ ਮੁਹੱਲੇ ਦੇ ਵਿੱਚ ਜਿਹੜੇ ਦੋਸਤ ਆਉਂਦੇ ਨੇ ਸਬਜ਼ੀ ਵੇਚਣ ਵਾਲੇ, ਉਹਨਾਂ ਨਾਲ ਬਹਿਸ ਕਰਕੇ ਸਬਜ਼ੀ ਲਵੋ। ਅਗਰ ਨਹੀਂ ਤੇ ਫਿਰ ਤੁਸੀਂ ਮੰਡੀ ਦਾ ਰੁੱਖ ਕਰੋ। ਮੰਡੀ ਬਹੁਤ ਜ਼ਿਆਦਾ ਸਬਜ਼ੀ ਜਿਹੜੀ ਉਹ ਸਸਤੀ ਆ, ਉਧਰ ਰੁੱਖ ਕਰੋ, ਉਹਨਾਂ ਕੋਲ ਸਬਜ਼ੀ ਖਰੀਦੋ ਦੋਸਤੋ। ਮੰਡੀ ਜਾਣ ਦੇ ਵਿੱਚ ਦੋਸਤੋ ਤੁਹਾਡਾ ਹੀ ਫਾਇਦਾ ਹੈ। ਦੋਸਤੋ ਵੀਡੀਓ ਕੈਸੀ ਲੱਗੀ ਹੈ? ਵੀਡੀਓ ਅੱਛੀ ਲੱਗੀ तो शेयर लाजमी करो। इस तरह से इजाज़त चाहवांगे। अल्लाह हाफिज़।